ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਲੜੀਵਾਰ ਕਥਾ ਸਰਵਣ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ। ਕਿਸੇ ਗੁਰਮੁਖ ਸੱਜਣ ਦਾ ਇੱਕ ਮੋਬਾਈਲ ਡਿੱਗਿਆ ਮਿਲਿਆ ਹੈ, ਉਹ ਚੈਨਲ ਵਾਲੇ ਵੀਰ ਕੋਲ ਹੈ। ਜਿਨ੍ਹਾਂ ਦਾ ਵੀ ਮੋਬਾਈਲ ਹੋਵੇ ਉਹ ਚੈਨਲ ਵਾਲੇ ਵੀਰ ਨੂੰ ਬੇਨਤੀ ਕਰਕੇ ਲੈ ਸਕਦੇ ਹਨ। ਸੋ ਆਓ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਕਾਬਲ ਕੰਧਾਰ ਤੋਂ ਪੱਛਮ ਦੇਸ਼ ਤੋਂ ਬਹੁਤ ਸਾਰੀਆਂ ਸੰਗਤਾਂ ਆਈਆਂ। ਦੁਪਹਿਰ ਢਲੇ ਜਦੋਂ ਲੰਗਰ ਮਸਤਾਨਾ ਹੋ ਗਿਆ ਸੀ, ਭੁੱਖੀਆਂ ਤਿਹਾਈਆਂ ਸੰਗਤਾਂ ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇੱਕ ਸਿੱਖ ਨੂੰ ਭੇਜਿਆ, ਜਿੱਥੇ ਮਾਤਾ ਦਮੋਦਰੀ ਜੀ ਜੋ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਆਪਣੀ ਸਪੁੱਤਰੀ ਬੀਬੀ ਵੀਰੋ ਦੇ ਆਨੰਦ ਕਾਰਜ ਵਾਸਤੇ ਪਕਵਾਨ ਤਿਆਰ ਕਰਵਾ ਰਹੇ ਸਨ। ਹਲਵਾਈਆਂ ਪਾਸੋਂ ਪਕਵਾਨ ਤਿਆਰ ਕਰਵਾ ਕਰਕੇ ਕੋਠੜੀ ਵਿੱਚ ਸਾਂਭ ਕੇ ਰੱਖਦੇ ਜਾਂਦੇ ਸਨ। ਛੇਵੇਂ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਭੇਜਿਆ, ਜਿੱਥੇ ਪਕਵਾਨ ਤਿਆਰ ਹੋ ਰਹੇ ਹਨ, ਜਾਓ ਮਾਤਾ ਜੀ ਨੂੰ ਬੇਨਤੀ ਕਰੋ ਕਿ ਕੁਝ ਪਕਵਾਨ ਸਿੱਖ ਸੰਗਤਾਂ ਲਈ ਭੇਜ ਦੇਣ ਤਾਂ ਕਿ ਉਹ ਛਕ ਕੇ ਕੁਝ ਤ੍ਰਿਪਤ ਹੋਣ। ਜਦੋਂ ਸ਼ਾਮ ਦਾ ਲੰਗਰ ਤਿਆਰ ਹੋਵੇਗਾ ਫਿਰ ਰੱਜ ਕੇ ਸੰਗਤਾਂ ਲੰਗਰ ਛਕਣਗੀਆਂ। ਹੁਣ ਭੁੱਖੀਆਂ ਹਨ, ਇਸ ਵੇਲੇ ਪਕਵਾਨ ਲੈ ਕੇ ਆਓ। ਸਿੱਖ ਨੇ ਜਾ ਕੇ ਬੇਨਤੀ ਕੀਤੀ। ਮਾਤਾ ਦਮੋਦਰੀ ਜੀ ਉਸ ਸਮੇਂ ਭਾਵੀ ਦੇ ਪ੍ਰੇਰੇ ਹੋਏ ਇਉਂ ਬਚਨ ਕਹਿ ਦਿੱਤਾ ਕਿ ਇਹ ਪਕਵਾਨ ਬਰਾਤੀਆਂ ਲਈ ਹਨ। ਪਹਿਲਾਂ ਬਰਾਤੀ ਛਕਣਗੇ ਫਿਰ ਹੀ ਕੋਈ ਸਿੱਖ ਛਕੇਗਾ। ਬਰਾਤੀਆਂ ਦੇ ਛਕੇ ਤੋਂ ਪਹਿਲਾਂ ਕਿਸੇ ਸਿੱਖ ਨੂੰ ਕਿਵੇਂ ਦੇ ਦਈਏ ਛਕਣ ਲਈ? ਇਹ ਉੱਤਰ ਜਾ ਕੇ ਸੁਣਾਇਆ। ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਬੜਾ ਰੋਸ ਜਾਗਿਆ। ਸੁਤੇ ਸਿੱਧ ਬਚਨ ਕਰ ਦਿੱਤਾ ਕਿ ਇਹ ਪਕਵਾਨ ਸਾਡੇ ਗੁਰੂ ਕੇ ਸਿੱਖ ਨਹੀਂ ਛਕਣਗੇ ਤੇ ਤੁਰਕ ਖਾਣਗੇ। ਕਰੜੇ ਬਚਨ ਮੂੰਹੋਂ ਨਿਕਲ ਗਏ। ਇਹ ਸੁਣ ਕੇ ਸਾਰੇ ਹੈਰਾਨ ਕਿ ਗੁਰੂ ਘਰ ਨੂੰ, ਆਪਣੇ ਘਰ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਕਰੜੇ ਬਚਨ ਕਰ ਦਿੱਤੇ, ਬੜਾ ਅਨਿਸ਼ਟ ਹੋਣ ਵਾਲਾ ਹੈ। ਇਹ ਸੁਣ ਕੇ ਮਾਤਾ ਦਮੋਦਰੀ ਜੀ ਨੂੰ ਜਦੋਂ ਖਬਰ ਲੱਗੀ, ਉਹ ਵੀ ਬੜਾ ਪਛਤਾਤਾਪ ਕਰਨ ਲੱਗੇ ਕਿ ਕਿਉਂ ਮੈਂ ਮੂੰਹੋਂ ਇਹ ਬਚਨ ਕੱਢੇ ਕਿ ਪਹਿਲਾਂ ਬਰਾਤੀ ਛਕਣਗੇ ਫਿਰ ਕੋਈ ਸਿੱਖ ਛਕਣਗੇ। ਬਹੁਤ ਪਛਤਾਤਾਪ ਕਰਦੇ ਹਨ। ਹੁਣ ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਜੀ। ਫੇਰ ਸਾਰੇ ਗੱਜ ਕੇ ਆਖੀਏ ਸਤਨਾਮ। ਸ੍ਰੀ ਵਾਹਿਗੁਰੂ ਜੀ। ਦੋਹਰਾ ਸੁਨ ਸਤਿਗੁਰ ਕੇ ਸਰਾਪ ਕੋ ਸਕਲ ਰਹੇ ਬਿਸਮਾਏ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਰੜੇ ਬਚਨ ਸੁਣ ਕਰਕੇ ਮਾਤਾ ਦਮੋਦਰੀ ਜੀ ਦੇ ਸਹਿਤ ਸਾਰੇ ਸਿੱਖ ਹੈਰਾਨ ਹੋ ਗਏ। ਸੁਧ ਦਮੋਦਰੀ ਟਿਕ ਗਈ ਬਹੁਤ ਬੈਠ ਪਛਤਾਏ। ਇਹ ਖਬਰ ਜਦੋਂ ਮਾਤਾ ਦਮੋਦਰੀ ਜੀ ਨੂੰ ਮਿਲੀ, ਉਹ ਵੀ ਬੈਠ ਕੇ ਬਹੁਤ ਪਛਤਾ ਰਹੇ ਹਨ। ਚੌਪਈ ਸੰਕਟ ਪਾਏ ਬਿਸੂਰਤ ਭਾਰੀ। ਦੁੱਖ ਪਾ ਕੇ ਬਹੁਤ ਝੁਰ ਰਹੇ ਹਨ ਮਾਤਾ ਦਮੋਦਰੀ ਜੀ। ਕੀਨ ਕਹਾ ਮੈਂ ਨਹੀਂ ਵਿਚਾਰੀ। ਮੈਂ ਕੋਈ ਵਿਚਾਰ ਨਹੀਂ ਕੀਤੀ, ਮੈਂ ਕੀ ਇਹ ਕਹਿ ਬੈਠੀ ਹਾਂ। ਪਤ ਕੀ ਆਇਸ ਮੋਰ ਮਿਟਾਈ। ਗੁਰਦੇਵ ਪਤੀ ਦੀ ਆਗਿਆ ਨੂੰ ਮੈਂ ਮੋੜ ਕੇ ਮਿਟਾ ਦਿੱਤਾ, ਹੁਕਮ ਦੀ ਉਲੰਘਣਾ ਕੀਤੀ। ਨੈ ਆਛੀ ਕਿਸ ਕੇ ਮਨ ਪਾਈ। ਇਹ ਚੰਗੀ ਗੱਲ ਨਹੀਂ ਹੋਈ, ਕਿਸੇ ਦੇ ਮਨ ਨੂੰ ਮੇਰੀ ਗੱਲ ਕਹੀ ਹੋਈ ਗੱਲ ਚੰਗੀ ਨਹੀਂ ਲੱਗੀ। ਭਈ ਨਿਸਾ ਗੁਰ ਮਹਿਲੀ ਗਏ। ਜਦੋਂ ਰਾਤ ਪਈ ਗੁਰੂ ਸਾਹਿਬ ਜੀ ਆਪਣੇ ਮੰਦਰਾਂ ਵਿਖੇ ਗਏ। ਬਰ ਪ੍ਰਯੰਕ ਪਰ ਬੈਠਤ ਪਏ। ਸੋਹਣੇ ਪਲੰਗ ਦੇ ਉੱਪਰ ਸੁਭਾਇਮਾਨ ਹੋਏ। ਚਲ ਦਮੋਦਰੀ ਤਿਛਨ ਆਈ। ਉਸ ਸਮੇਂ ਸਤਿਕਾਰਯੋਗ ਮਾਤਾ ਦਮੋਦਰੀ ਜੀ ਚੱਲ ਕੇ ਗੁਰਦੇਵ ਪਤੀ ਜੀ ਦੇ ਪਾਸ ਆਏ। ਗੁਰ ਕੇ ਸਰਾਪ ਅਧਿਕ ਡਰ ਪਾਈ। ਔਰ ਸਤਿਗੁਰਾਂ ਦੇ ਕਰੜੇ ਬਚਨ, ਸ਼ਰਾਬ ਵਾਲੇ ਬਚਨ ਸੁਣ ਕਰਕੇ ਬਹੁਤ ਹੀ ਮਨ ਵਿੱਚ ਭੈਭੀਤ ਹੋ ਗਏ। ਮੁਝ ਏਕਲ ਕੀ ਸੁਤਾ ਨ ਕੋਈ। ਮੁਝ ਏਕਲ ਕੀ ਸੁਤਾ ਨ ਕੋਈ। ਔਰ ਮੇਰੀ ਕਲ ਇੱਕੋ ਇੱਕ ਪੁੱਤਰੀ ਹੈ ਬੀਬੀ ਵੀਰੋ। ਛੇਵੇਂ ਪਾਤਸ਼ਾਹ ਜੀ ਦੇ 5 ਸਾਹਿਬਜ਼ਾਦੇ ਸਨ, ਇੱਕੋ ਇੱਕ ਸਪੁੱਤਰੀ ਬੀਬੀ ਵੀਰੋ ਸੀ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 3 ਮਹਿਲ ਸਨ। ਸਭ ਤੋਂ ਵੱਡੇ ਮਾਤਾ ਦਮੋਦਰੀ ਜੀ ਸਨ। ਮਾਤਾ ਦਮੋਦਰੀ ਜੀ ਦੇ ਕੁੱਖੋਂ ਬਾਬਾ ਗੁਰਦਿੱਤਾ ਜੀ ਤੇ ਬੀਬੀ ਵੀਰੋ ਜੀ, ਇਹ 2 ਸੰਤਾਨ ਹੋਏ। ਮਾਤਾ ਮਰਵਾਹੀ ਜੀ ਦੇ ਕੁੱਖੋਂ ਬਾਬਾ ਸੂਰਜ ਮਲ ਜੀ ਹੋਏ। ਮਾਤਾ ਨਾਨਕੀ ਜੀ ਦੇ ਕੁੱਖੋਂ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ 3 ਸਾਹਿਬਜ਼ਾਦੇ ਹੋਏ। 5 ਸਾਹਿਬਜ਼ਾਦੇ ਤੇ ਇੱਕ ਸਪੁੱਤਰੀ ਸੀ। ਮਾਤਾ ਦਮੋਦਰੀ ਜੀ ਕਹਿ ਰਹੇ ਹਨ ਕਿ ਸਾਡੀ ਤਾਂ ਇੱਕੋ ਇੱਕ ਪੁੱਤਰੀ ਹੈ। ਰਾਵਰ ਤੇ ਹੀ ਉਤਪਤ ਹੋਈ। ਔਰ हे ਮਹਾਰਾਜ, ਇਹ ਆਪ ਤੋਂ ਹੀ ਪੈਦਾ ਹੋਈ ਹੈ। ਜਿਸ ਕੇ ਵਿਆਹੇ ਬਿਖੇਦਰੇ ਸਰਾਪ। ਜਿਸ ਦੇ ਵਿਵਾਹ ਵਿੱਚ ਆਪ ਜੀ ਨੇ ਕਰੜੇ ਬਚਨ, ਸ਼ਰਾਬ ਵਾਲੇ ਬਚਨ ਕਹਿ ਦਿੱਤੇ। ਚਾਹੇ ਉਹ ਅਮੰਗਲ ਕਰਵੇ ਆਪ। हे ਮਹਾਰਾਜ, ਆਪ ਅਮੰਗਲ ਕਰਨਾ ਚਾਹੁੰਦੇ ਆਪਣੇ ਘਰ ਦੇ ਵਿੱਚ। ਅਪਰ ਸਕਤ ਕਿਸ ਮਹਿਜ ਉਮਰੇ। ਹੋਰ ਕਿਹਦੇ ਵਿੱਚ ਇੰਨੀ ਸ਼ਕਤੀ ਹੈ ਜੋ ਆਪ ਜੀ ਦਾ ਕਿਹਾ ਹੋਇਆ ਬਚਨ ਮੋੜ ਦੇਵੇ। ਜਾਨੀ ਪਰਹਿ ਆਪ ਦਾ ਕੋਰੈ। ਹੁਣ ਜਾਣ ਪੈਂਦਾ ਹੈ ਕਿ ਬਹੁਤ ਬਿਪਤਾ ਆਉਣ ਵਾਲੀ ਹੈ। ਕਰੋ ਕਿਰਪਾ ਫੇਰੋ ਨਿਜ ਬੈਨ। हे ਗੁਰੂ ਸੁਆਮੀ, हे ਗੁਰਦੇਵ ਪਤੀ ਜੀ, ਆਪਣੇ ਬਚਨਾਂ ਨੂੰ ਵਾਪਸ ਲੈ ਲਵੋ। ਨਾਏ ਤਾਂ ਉਜਰ ਹੋਵੇ ਐਨ। ਨਹੀਂ ਤਾਂ ਘਰ ਉਜੜ ਜਾਏਗਾ। ਦੋਇਤਾ ਪ੍ਰਿਆ ਕੁਸਲ ਸੋ ਰਹੈ। ਦੋਹਤਾ ਪੁੱਤਰੀ ਬੀਬੀ ਵੀਰੋ ਸੁਖ ਸ਼ਾਂਤ ਕੁਸ਼ਲਤਾ ਦੇ ਸਹਿਤ ਆਪਣੇ ਸਹੁਰੇ ਘਰ ਬਸਣਾ ਕਰੇ। ਮਹਾ ਬਿਘਨ ਘਰ ਪਰ ਬੋਚ ਹੈ। ਮਹਾ ਬਿਘਨ ਉਪਦਰਵ ਬਿਪਤਾ ਪੈਣਾ ਚਾਹੁੰਦਾ ਹੈ। ਰਹਿ ਬਰਾਤੀ ਕੁਸਲ ਸਮੇਤ। हे ਮਹਾਰਾਜ, ਇਹ ਕਿਰਪਾ ਕਰੋ, ਰਹਿਮ ਕਰੋ ਕਿ ਸਾਰੇ ਬਰਾਤੀ ਸੁਖ ਸ਼ਾਂਤ ਦੇ ਨਾਲ ਆਉਣ, ਢੁਕਾ ਕਰਨ, ਵਿਆਹ ਕੇ ਬੀਬੀ ਵੀਰੋ ਨੂੰ ਲੈ ਜਾਣ। ਸੁਖ ਸੋ ਪਹੁੰਚ ਹੈ ਬਹੁਰ ਨਿਕੇਤ। ਸੁਖ ਪੂਰਵਕ ਸਾਰੇ ਬਰਾਤੀ ਕੁਸ਼ਲਤਾ ਦੇ ਸਹਿਤ ਆਪਣੇ ਘਰ ਪਹੁੰਚ ਜਾਣ। ਭਈ ਦੀਨ ਭਿਖਿਆ ਤੁਰ ਭਾਰੀ। ਔਰ ਆਤੁਰ ਬਾਣੀ ਸੁਣ ਕਰਕੇ ਬਹੁਤ ਦੀਨ ਹੋ ਗਏ
ਔਰ ਆਤੁਰ ਬਾਣੀ ਜਿਸ ਵੇਲੇ ਗੁਰੂ ਸਾਹਿਬ ਜੀ ਨੇ ਸੁਣੀ, ਸ੍ਰੀ ਹਰਿ ਗੋਬਿੰਦ ਗਿਰਾ ਉਚਾਰੀ। ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ, ਬਿਘਨ ਮੂਲ ਮਤੈ ਉਰ ਧਾਰਾ। ਸਾਰੇ ਬਿਘਨਾਂ ਦਾ ਮੂਲ ਤਾਂ ਤੁਸਾਂ ਨੇ ਆਪਣੀ ਬੁੱਧੀ ਵਿੱਚ ਧਾਰਨ ਕੀਤਾ। ਤੁਸਾਂ ਨੇ ਆਪ ਹੀ ਐਸੇ ਬਚਨ ਕਹੇ ਜੋ ਸਾਰੇ ਬਿਘਨਾਂ ਦਾ ਮੂਲ ਹੈ। ਕਿਉ ਨਾ ਕਰਤ ਅਬ ਅੰਗੀਕਾਰਾ। ਜਦੋਂ ਬਚਨ ਕਹਿ ਦਿੱਤੇ ਮੂੰਹੋਂ ਤੇ ਹੁਣ ਸਵੀਕਾਰ ਕਿਉਂ ਨਹੀਂ ਕਰਦੇ? ਹੁਣ ਤੁਹਾਨੂੰ ਸਵੀਕਾਰ ਕਰਨਾ ਚਾਹੀਦਾ। ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੈਂ ਕਿਉਂ ਉਲਟਾ ਰਹੀ ਹਾਂ। ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ। ਹੁਣ ਪਛਤਾਉਣ ਨਾਲ ਕੀ ਹੋਵੇਗਾ? ਬੋਲਣ ਤੋਂ ਪਹਿਲਾਂ ਹੀ ਸੋਚਣਾ ਚਾਹੀਦਾ ਹੈ। ਵਿਚਾਰ ਸੋਚ ਵਿਚਾਰ ਕਰਕੇ ਕੋਈ ਗੱਲ ਮੂੰਹੋਂ ਕੱਢਣੀ ਚਾਹੀਦੀ ਹੈ। ਗੁਰ ਕੇ ਸਿੱਖ ਲਖੇ ਅਸ ਖੋਟੇ। ਤੁਸਾਂ ਨੇ ਗੁਰੂ ਕੇ ਸਿੱਖਾਂ ਨੂੰ ਖੋਟੇ ਜਾਣਿਆ, ਇਸੇ ਕਰਕੇ ਕਿਹਾ ਪਹਿਲਾਂ ਬਰਾਤੀ ਪਕਵਾਨ ਛਕਣਗੇ ਫਿਰ ਹੀ ਸਿੱਖ ਛਕਣਗੇ, ਔਰ ਬਰਾਤੀਆਂ ਨਾਲੋਂ ਸਾਡੇ ਸਿੱਖਾਂ ਨੂੰ ਖੋਟਾ ਸਮਝਿਆ। ਉਚਿਤ ਨ ਭੋਜਨ ਕੇ ਕਹਿ ਹੋਟੇ। ਔਰ ਭੋਜਨ ਪਕਵਾਨ ਵਾਸਤੇ ਹੋਟੇ ਤੁਸਾਂ ਨੇ ਮਨਾ ਕਰ ਦਿੱਤਾ। ਹੋਨਹਾਰ ਤਵ ਹਿਰਦੇ ਬਸਾਈ। ਹੋਣਹਾਰ ਤੁਹਾਡੇ ਹਿਰਦੇ ਵਿੱਚ ਵਸ ਗਈ। ਜੋ ਹੋਣੀ ਹੁੰਦੀ ਹੈ, ਹੋਣੀ ਪਰਵਲ ਹੈ, ਉਸ ਨੂੰ ਕੋਈ ਟਾਲ ਨਹੀਂ ਸਕਦਾ। ਹੋਣਾ ਹੈ ਸੋ ਹੋਈ ਹੈ, ਮਨਹਿ ਨ ਕੀਜੈ ਆਸ। ਜੋ ਹੋਣਾ ਹੁੰਦਾ ਹੈ ਉਹ ਹੋ ਕੇ ਰਹਿੰਦਾ ਹੈ। ਬੰਦੇ ਦੇ ਬਸ ਕੁਝ ਨਹੀਂ, ਬੰਦੇ ਦੇ ਅਖਤਿਆਰ ਕੁਝ ਵੀ ਨਹੀਂ ਹੈ, ਔਰ ਉਹ ਭਾਵੀ ਪਰਵਲ ਹੈ। ਔਰ ਮੂੰਹੋਂ ਉਲਟੇ ਬਚਨ ਕਹਾ ਦਿੰਦੀ ਹੈ ਭਾਵੀ। ਸੋ ਭਾਵੀ ਦੇ ਪ੍ਰੇਰੇ ਹੋਏ ਤੁਸਾਂ ਨੇ ਬਚਨ ਕਹੇ ਸਨ। ਕਰ ਔਗੁਣ ਕੋ ਪੁਨ ਪਛਤਾਈ। ਔਗਣ ਕਰਕੇ ਹੁਣ ਮਗਰੋਂ ਪਛਤਾ ਰਹੇ ਹੋ। ਕੁਛ ਆਛੋ ਫਲ ਜਾਣਿਓ ਜਾਏ। ਗੁਰੂ ਸਾਹਿਬ ਨੇ ਕਿਹਾ ਕਿ ਕੁਛ ਚੰਗਾ ਫਲ ਵੀ ਜਾਣਿਆ ਜਾਂਦਾ ਹੈ। ਨਰਗਨ ਮੈਂ ਕੁਸਲੀ ਬਨ ਆਏ। ਬਹੁਤ ਸਾਰੇ ਮਨੁੱਖਾਂ ਵਿੱਚ, ਬਰਾਤੀਆਂ ਵਿੱਚ ਕੁਸ਼ਲਤਾ ਸੁਖ ਸ਼ਾਂਤੀ ਵਰਤੇਗੀ। ਅਪਰ ਬਿਘਨ ਸੋ ਹਟੇ ਨ ਕੈਸੇ। ਬਾਕੀ ਹੋਰ ਜਿਹੜਾ ਵਿਘਨ ਹੋਣਾ ਹੈ ਉਹ ਹਟ ਨਹੀਂ ਸਕਦਾ। ਇਸ਼ਾਰਾ ਹੈ ਜੰਗ ਯੁੱਧ ਵੱਲ ਕਿ ਜੰਗ ਯੁੱਧ ਤਾਂ ਟਲਣਾ ਨਹੀਂ। ਬਰਾਤੀ ਸੁਖ ਸ਼ਾਂਤੀ ਦੇ ਨਾਲ ਆਪਣੇ ਘਰ ਵਾਪਸ ਪਹੁੰਚ ਸਕਣਗੇ। ਹੋਰ ਵੀ ਸਾਰੇ ਜਿਹੜੇ ਮਨੁੱਖ ਹਨ, ਸਿੱਖ ਸੇਵਕ ਹਨ, ਉਹ ਸੁਖੀ ਰਹਿਣਗੇ। ਭਇਓ ਬਾਕ ਹੋਇਓ ਜਹ ਤੈਸੇ। ਜਿਹੋ ਜਿਹਾ ਬਚਨ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਉਵੇਂ ਹੀ ਹੋਇਆ। ਕੁਛ ਦਮੋਦਰੀ ਹਰਖਤ ਹੋਈ। ਗੁਰਦੇਵ ਪਤੀ ਦੇ ਮੁਖਾਰ ਬਿੰਦ ਤੋਂ ਇਹ ਚੰਗੇ ਬਚਨ ਸੁਣ ਕਰਕੇ ਸੁਖ ਸ਼ਾਂਤੀ ਵਰਤੇਗੀ। ਸੁਖ ਸ਼ਾਂਤ ਦੇ ਨਾਲ ਬਰਾਤੀ ਮੁੜਨਗੇ। ਕੁਝ ਦਿਲਾਸਾ ਹੋਇਆ ਮਾਤਾ ਦਮੋਦਰੀ ਜੀ ਨੂੰ। ਨਰਗਨ ਵਿਖੇ ਕੁਸ਼ਲ ਰਹਿ ਜੋਈ। ਮਨੁੱਖਾਂ ਵਿਖੇ ਕੁਸ਼ਲਤਾ ਰਹੇਗੀ, ਸੁਖ ਸ਼ਾਂਤੀ ਰਹੇਗੀ। ਇਹ ਗੱਲ ਸੁਣ ਕਰਕੇ ਬੜੇ ਪ੍ਰਸੰਨ ਹੋਏ। ਸੁਖ ਸੋ ਜਾਏ ਬਰਾਤੀ ਘਰ ਕੋ। ਸੁਖ ਪੂਰਵਕ ਸਾਰੇ ਬਰਾਤੀ ਵਿਆਹ ਕੇ ਬੀਬੀ ਵੀਰੋ ਨੂੰ ਸੁਖ ਸ਼ਾਂਤੀ ਦੇ ਨਾਲ ਲੈ ਕੇ ਜਾਣਗੇ। ਤੋ ਡਰਤ ਉਰ ਲਾਗਤ ਧਰ ਕੋ। ਫਿਰ ਵੀ ਹਿਰਦੇ ਵਿੱਚ ਡਰ ਸਮਾਇਆ ਹੋਇਆ ਹੈ, ਹਿਰਦਾ ਧੜਕਦਾ ਹੈ। ਮੁਖ ਕੁਮਲਾਏ ਸਸਕੰਤ ਹੋਈ। ਔਰ ਮੁਖ ਕੁਮਲਾਇਆ ਹੋਇਆ ਹੈ, ਬੜੇ ਸਸੰਕਿਤ ਹਨ। ਦੋਹਨ ਬਿਲੋਕਨ ਫਰਕਤ ਜੋਈ। ਔਰ ਸੱਜੀ ਅੱਖ ਜਿਹੜੀ ਹੈ ਫੜਕਦੀ ਹੈ। ਦਾਰੁਣ ਕਾਕ ਸ਼ਬਦ ਕੋ ਕਰੈ। ਇਹ ਸਭ ਅਪਸ਼ਗੁਨ ਦੀਆਂ ਨਿਸ਼ਾਨੀਆਂ ਹੋ ਰਹੀਆਂ ਹਨ। ਭਿਆਨਕ ਕਾਂ ਜਿਹੜੇ ਹਨ ਉਹ ਕਾਂ ਕਾਂ ਕਰਨ ਲੱਗੇ। ਗਿਰਧਨ ਸਹਿਤ ਪ੍ਰਮਤ ਘਰ ਥਿਰੈ। ਔਰ ਗਿਰਜਾਂ ਦੇ ਸਹਿਤ ਘਰ ਦੇ ਉੱਪਰ ਗਿਰਜਾਂ ਮੰਡਰਾ ਰਹੀਆਂ ਹਨ। ਇਹ ਅਪਸ਼ਗੁਨ ਦੀ ਨਿਸ਼ਾਨੀ ਹੈ। ਜਿਸ ਘਰ ਦੇ ਉੱਪਰ ਗਿਰਜਾਂ ਮੰਡਰਾਉਣ, ਇਹ ਅਪਸ਼ਗੁਨ ਦੀ ਨਿਸ਼ਾਨੀ ਹੈ। ਜਾਂ ਬਨੇਰੇ ਤੇ ਕਾਂ, ਭਿਆਨਕ ਕਾਂ 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 ਕਰਨ, ਇਹ ਭਿਆਨਕ ਇਹ ਨਿਸ਼ਾਨੀ ਹੈ ਅਪਸ਼ਗਨ ਦੀ। ਮਹਾ ਉਦਾਸ ਦਿਵਸ ਦਿਖੇ ਅੰਤੇ। ਮਾਤਾ ਦਮੋਦਰੀ ਜੀ ਬਹੁਤ ਉਦਾਸ ਦਿਸਦੇ ਹਨ। ਮਹਾ ਅਮੰਗਲ ਨਿਮਿਤ ਸੰਤੇ। ਔਰ ਬਹੁਤ ਹੀ ਅਪਸ਼ਗਨ ਹੋਣਾ ਹੈ। ਇਹ ਉਹਨਾਂ ਨੂੰ ਆਭਾਸ ਹੋ ਗਿਆ ਕਿ ਗੁਰੂ ਦੇਵਪਤੀ ਜੀ ਦੇ ਬਚਨ ਅਟਲ ਹਨ,
ਉਹ ਹੋ ਕੇ ਹੀ ਰਹਿਣਗੇ। ਸਿਮਰਤ ਸਾਸੂ ਕੋ ਤਿਹ ਸਮੈ। ਮਾਤਾ ਦਮੋਦਰੀ ਜੀ ਆਪਣੀ ਸੱਸ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਚੇਤੇ ਕਰਦੇ ਹਨ, ਸਿਮਰਨ ਕਰਦੇ ਹਨ। ਤਿਸ ਕੇ ਅਛਤ ਫਿਕਰ ਨ ਹਮੈ। ਜਿਨ੍ਹਾਂ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਫਿਕਰ ਨਹੀਂ ਸੀ। ਜਿਸ ਕੇ ਜੀਵਤ ਰਹੇ ਸੁਖਾਰੇ। ਜਿਸ ਸਾਸੂ ਮਾਂ ਮਾਤਾ ਗੰਗਾ ਜੀ ਦੇ ਹੁੰਦਿਆਂ ਸਾਨੂੰ ਕੋਈ ਫਿਕਰ ਨਹੀਂ ਸੀ, ਉਹ ਸਾਰੀ ਗੱਲ ਵਿਗੜੀ ਹੋਈ ਗੱਲ ਨੂੰ ਸਾਂਭ ਲੈਂਦੇ ਸਨ। ਨਿਜ ਦੁਖ ਕਿਸ ਕੇ ਨਿਕਟ ਉਚਾਰੇ। ਹੁਣ ਮੈਂ ਆਪਣਾ ਦੁੱਖ ਕਿਹਦੇ ਪਾਸ ਜਾ ਕੇ ਕਹਾਂ। ਹੋਈ ਹੁਤੀ ਜੇ ਮੁਝ ਤੇ ਬੁਰੀ। ਜੇ ਮੈਥੋਂ ਬੁਰੀ ਗੱਲ ਮੂੰਹੋਂ ਨਿਕਲ ਵੀ ਗਈ ਸੀ, ਸਾਡੀ ਸਾਸੂ ਮਾਂ ਮਾਤਾ ਗੰਗਾ ਜੀ ਹੁੰਦੇ ਤੇ ਉਹ ਸਾਂਭ ਲੈਂਦੇ, ਸਾਹਿਬਜ਼ਾਦੇ ਨੂੰ ਸਮਝਾ ਲੈਂਦੇ। ਸੁਨ ਕਰ ਜਗ ਗੁਰ ਛਿਮਾ ਨ ਕਰੀ। ਸੁਣ ਕਰਕੇ ਵੀ ਜਗਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਖਿਮਾ ਨਹੀਂ ਕੀਤੀ। ਕਿੰਬੀ ਤਹਿਗੀ ਵਿਆਹ ਮਝਾਰੇ। ਔਰ ਗੁਰੂ ਕਵੀ ਜੀ ਕਹਿ ਰਹੇ ਹਨ ਕਿ ਕਿਵੇਂ ਬੀਤੇਗੀ, ਵਿਆਹ ਦੇ ਵਿੱਚ ਕਿਵੇਂ ਬੀਤੇਗੀ। ਬੁਰਾ ਸਗੁਨ ਸਭ ਜਾਹੇ ਨਿਹਾਰੇ। ਕਿਉਂਕਿ ਬੁਰਾ ਅਪਸ਼ਗਨ ਜਿਹੜਾ ਹੈ, ਬੁਰਾ ਸਗੁਨ ਸਾਰੇ ਵਿਚਾਰੇ ਜਾਂਦੇ ਹਨ, ਦੇਖੇ ਜਾ ਰਹੇ ਹਨ। ਨੈ ਸੰਬੰਧੀ ਮੇਲ ਬੁਲਾਇਓ। ਗੁਰੂ ਸਾਹਿਬ ਜੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਸੱਦਿਆ, ਕਿਸੇ ਨੂੰ ਨਿਉਂਦਾ ਨਹੀਂ ਭੇਜਿਆ। ਇਸ ਤੋਂ ਪਹਿਲਾਂ ਬਾਬਾ ਗੁਰਦਿੱਤਾ ਜੀ ਦਾ ਜਦੋਂ ਵਿਆਹ ਰਚਿਆ ਸੀ ਤੇ ਸਾਰੇ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਖਡੂਰ ਸਾਹਿਬੋਂ, ਗੋਬਿੰਦਵਾਲ ਸਾਹਿਬੋਂ, ਮਊ ਪਿੰਡ ਤੋਂ, ਡੱਲੇ ਪਿੰਡ ਤੋਂ, ਇਹ ਸਾਰੇ ਜਿੱਥੇ ਜਿੱਥੇ ਗੁਰੂ ਕੇ ਸੰਬੰਧੀ ਰਹਿੰਦੇ ਸਨ ਸਾਰਿਆਂ ਨੂੰ ਸੱਦਿਆ ਸੀ ਔਰ ਸਾਰੇ ਆਏ ਸਨ ਪਰਿਵਾਰਾਂ ਦੇ ਸਹਿਤ। ਇਸ ਵਾਰੀ ਬੀਬੀ ਵੀਰੋ ਜੀ ਦੇ ਵਿਆਹ ਤੇ ਕਿਸੇ ਸੰਬੰਧੀ ਨੂੰ ਗੁਰੂ ਸਾਹਿਬ ਜੀ ਨੇ ਨਹੀਂ ਸੱਦਿਆ। ਬਹੁਰ ਕਰੋਪ ਕੈ ਸਰਾਪ ਅਲਾਇਓ। ਫਿਰ ਰੋਸ ਧਾਰ ਕਰਕੇ ਕਰੜੇ ਬਚਨ ਉਚਾਰਨ ਕਰ ਦਿੱਤੇ। ਇਤਿਆਦਿਕ ਬੌਰ ਦੇ ਵਿਚਾਰਤ। ਇਤਿਆਦਿਕ ਬਹੁਤ ਸਾਰੀਆਂ ਗੱਲਾਂ ਮਾਤਾ ਦਮੋਦਰੀ ਜੀ ਹਿਰਦੇ ਵਿੱਚ ਵਿਚਾਰਦੇ ਹਨ। ਗੁਰ ਦਮੋਦਰੀ ਚਿੰਤਾ ਆਰਤ। ਔਰ ਆਰਤ ਦੁਖੀ ਹੋ ਕਰਕੇ ਹਿਰਦੇ ਵਿੱਚ ਬੜੇ ਚਿੰਤਾਵਾਨ ਹੋ ਰਹੇ ਹਨ ਮਾਤਾ ਦਮੋਦਰੀ ਜੀ। ਗੁਰ ਘਰ ਕੋ ਇਮ ਪਾ ਬਿਰਤਾਂਤ। ਗੁਰੂ ਘਰ ਦਾ ਇਸ ਤਰ੍ਹਾਂ ਦਾ ਬਿਰਤਾਂਤ ਹੋਇਆ। ਰਚਿਓ ਵਿਆਹ ਕਰ ਤਿਆਰੀ ਦਾਤ। ਔਰ ਬੀਬੀ ਵੀਰੋ ਜੀ ਦੇ ਵਿਆਹ ਦੀ ਤਿਆਰੀ ਕਰਨ ਲੱਗੇ। ਆਵ ਸੁਣਿਐ ਜਿਮ ਪਰਿਓ ਬਿਗਾਰ। ਹੁਣ ਕਵੀ ਜੀ ਕਹਿੰਦੇ ਹਨ ਕਿ ਹੇ ਸਰੋਤਾ ਜਨੋ, ਹੁਣ ਸੁਣੋ, ਜਿਵੇਂ ਹੁਣ ਵਿਗਾੜ ਪੈਣ ਵਾਲਾ ਹੈ। ਪਇਓ ਜੁਧ ਬਹੁ ਭਟਨ ਸੰਘਾਰ। ਜਿਵੇਂ ਬਹੁਤਾ ਭਿਆਨਕ ਸੰਘਰ ਯੁੱਧ ਹੋਵੇਗਾ, ਉਹ ਵਿਚਾਰ ਕਰਕੇ ਸੁਣਨਾ ਕਰੋ। ਬਹੁਤ ਸਾਰੇ ਸੂਰਮੇ ਮਾਰੇ ਜਾਣਗੇ। ਲਵਪੁਰ ਸ਼ਾਹਜਹਾਂ ਕੀ ਬਾਸਾ। ਸ਼ਾਹਜਹਾਂ ਜਿਹੜਾ ਹੈ ਉਹ ਲਾਹੌਰ ਵਿਖੇ ਵਾਸਾ ਕਰਦਾ ਹੈ। ਅਨਗਨ ਚਮੂ ਤਰੀ ਚੌਹ ਪਾਸਾ। ਚਾਰ ਚੁਫੇਰੇ ਚਾਰੇ ਦਿਸ਼ਾਵਾਂ ਵਿੱਚ ਅਣਗਿਣਤ ਸੈਨਾ ਰੱਖੀਆਂ ਹੋਈਆਂ ਹਨ। ਪੈਦਲ ਬ੍ਰਿੰਦ ਕਰੇ ਬਹੁ ਡੇਰੇ। ਚਤੁਰੰਗਨੀ ਸੈਨਾ ਰੱਖੀ ਹੋਈ ਹੈ ਸ਼ਾਹਜਹਾਂ ਬਾਦਸ਼ਾਹ ਨੇ। ਪੈਦਲ ਘੁੜਸਵਾਰ ਹਾਥੀਆਂ ਦੀ ਤੇ ਪਾਲਕੀਆਂ ਦੀ, ਇਹ ਚਤੁਰੰਗਨੀ ਸੈਨਾ ਹੈ। ਚਤੁਰੰਗਨੀ ਸੈਨਾ ਅਣਗਿਣਤ ਹੈ ਸ਼ਾਹਜਹਾਂ ਦੇ ਪਾਸ। ਤਿਮ ਹੈ ਕਿ ਅਸਵਾਰ ਗਨੇਰੇ। ਇਸੇ ਤਰ੍ਹਾਂ ਘੁੜਸਵਾਰ ਵੀ ਅਣਗਿਣਤ ਹਨ। ਗਨ ਮਤੰਗ ਚਿੰਗਾਰਤ ਖਰੇ। ਪੈਦਲ ਵੀ ਬਹੁਤ ਹਨ, ਘੁੜਸਵਾਰ ਵੀ ਬਹੁਤ ਸੈਨਿਕ ਹਨ ਤੇ ਮਤੰਗ ਹਾਥੀ ਸਵਾਰ ਵੀ ਬਹੁਤ ਹਨ। ਕੰਚਨ ਰਜਤ ਝੂਲ ਪਰਵਰੇ। ਜਿੱਥੇ ਸੋਨੇ ਚਾਂਦੀ ਦੀਆਂ ਝੂਲਾਂ ਝੂਲ ਰਹੀਆਂ ਹਨ ਹਾਥੀ ਦੇ ਉੱਪਰ। 14 ਸਨ ਕੋ ਧਨ ਗਨ ਆਵੇ। ਚਾਰੇ ਦਿਸ਼ਾਵਾਂ ਤੋਂ ਅਣਗਿਣਤ ਧਨ ਆਉਂਦਾ ਹੈ। ਡੰਡ ਭਰੇ ਸਗਰੇ ਡਰ ਪਾਵੇ। ਸਾਰੇ ਰਾਜੇ ਮਹਾਰਾਜੇ ਮਾਮਲਾ ਭਰਦੇ ਹਨ, ਦੰਡ ਟੈਕਸ ਦਿੰਦੇ ਹਨ। ਜੋ ਸਾਰਿਆਂ ਦਾ ਇੱਕ ਛਤਰ ਰਾਜ ਕਰਨ ਵਾਲਾ ਸ਼ਾਹਜਹਾਂ ਬਾਦਸ਼ਾਹ ਚੱਕਰਵਰਤੀ ਸਮਰਾਟ ਹੈ। ਅਵਨੀ ਤਲ ਮੈਂ ਅਸਨਹ ਕੋਈ। ਪ੍ਰਿਥਵੀ ਮੰਡਲ ਵਿੱਚ ਐਸਾ ਕੋਈ ਨਹੀਂ ਹੈ। ਲੋਹਾ ਲੇਹ
ਸਮੁਖ ਹੋਏ ਜੋਈ ਜੋ ਸ਼ਾਹਜਹਾਂ ਬਾਦਸ਼ਾਹ ਦੇ ਸਨਮੁਖ ਹੋ ਕੇ ਲੋਹਾ ਲਵੇ। ਚੱਕਰਵਰਤ ਜਿਮ ਪ੍ਰਥਮ ਮਹਾਨੇ ਪਹਿਲੇ ਜ਼ਮਾਨਿਆਂ ਦੇ ਵਿੱਚ ਜਿਵੇਂ ਚੱਕਰਵਰਤੀ ਸਮਰਾਟ ਹੋਇਆ ਕਰਦੇ ਸਨ, ਅਬ ਕਲ ਮੈਂ ਇਹ ਤਿਨੋ ਸਮਾਨੇ ਹੁਣ ਕਲਯੁਗ ਦੇ ਵਿੱਚ ਇਹ ਉਹਨਾਂ ਚੱਕਰਵਰਤੀ ਸਮਰਾਟਾਂ ਦੇ ਵਾਂਗ ਸ਼ਾਹਜਹਾਂ ਬਾਦਸ਼ਾਹ ਹੈ। ਪਰ ਬੜੇ ਬੜੇ ਛਤਰਧਾਰੀ ਚੱਕਰਵਰਤੀ ਸਮਰਾਟ ਸਭ ਮਿੱਟੀ ਵਿੱਚ ਰੁਲ ਗਏ। ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਫਰਮਾਨ ਹੈ ਕਿ जोगी जति ब्रह्मचारी बड़े बड़े छत्रधारी छत्र ही की छाया कई कोस लव चलत हैं। बड़े बड़े राजन के दावत दर फिरत बड़े बड़े राजन के द्रव को दलत हैं। मान से महीप दलीप के से छत्रधारी बड़ो अभिमान भुज दंड को करत हैं। धारा से दिलीसर दुर्योधन से मान धारी भोग भोग भूम अंत भूम में मिलत हैं। अंत भूमि विच मिल गए। नाव जिन्ना सुल्तान खान होंदे डिठे खे। जो सुल्तान खान 5 हजारी 10 हजारी 20 हजारी खान पठान कहूँदे सानो मिट्टी विच रुल गए। मिटे नामियों के निशान ऐसे ऐसे नामो निशान उन्हां दे मिट गए। जिमें पहले जमाने में चक्रवर्ती सम्राट एक छत्र राज करन वाले हुंदे सन, उन्हां वांग ये शाहजहां है। हिंदुस्तान दे ऊपर एक छत्र राज करने वाला सिकंदर बादशाह होया है, वो भी नहीं रहा, वो भी दुनिया तो विदा हो गया। इतिहास गवाह है, एक बारी चक्रवर्ती सम्राट सिकंदर बादशाह किसी मुहिम ते जा रहा सी, लाओ लश्कर दे नाल रेगिस्तान दे रस्त्यों लंघ रहा सी। उत्थे एक फकीर रेत दा सिरहाना बना करके लेटिया होया सी। ਜਦੋਂ ਉਹਦੇ ਸਾਹਮਣਿਓਂ ਦੀ ਲੰਘਿਆ ਤੇ ਫਕੀਰ ਨੇ ਪੁੱਛਿਆ, ਐ ਬਾਦਸ਼ਾਹ ਸਲਾਮਤ ਕਿੱਧਰ ਜਾ ਰਿਹਾ ਹੈ ਲਾਓ ਲਸ਼ਕਰ ਲੈ ਕੇ? ਕਿਹਾ ਮੈਂ ਮੁਲਕ ਫਤਿਹ ਕਰਨ ਜਾ ਰਿਹਾ। ਉਹ ਤੋਂ ਬਾਅਦ ਕੀ ਕਰੇਗਾ? ਕਿਹਾ ਉਹ ਤੋਂ ਬਾਅਦ ਮੈਂ ਹੋਰ ਮੁਲਕ ਫਤਿਹ ਕਰਾਂਗਾ। ਫਿਰ ਕੀ ਕਰੇਗਾ? ਕਹਿੰਦਾ ਮੈਂ ਬੇਲਾ ਨਹੀਂ ਬੈਠਾਂਗਾ, ਮੈਂ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਨੇ ਕਿਹਾ ਮੰਨ ਲਿਆ ਤੂੰ ਸਾਰੇ ਮੁਲਕ ਫਤਿਹ ਕਰ ਲੈ, ਫਿਰ ਤੂੰ ਕੀ ਕਰੇਗਾ? ਕਹਿੰਦਾ ਫਿਰ ਮੈਂ ਆਰਾਮ ਕਰਾਂਗਾ। ਕਹਿੰਦੇ ਖੂਨ ਦੀਆਂ ਨਦੀਆਂ ਬਹਾ ਕੇ ਤੂੰ ਆਰਾਮ ਕਰਨਾ ਹੈ ਤੇ ਮੈਂ ਵੀ ਆਰਾਮ ਹੀ ਕਰ ਰਿਹਾ, ਆ ਜਾ ਮੇਰੇ ਨਾਲ ਤੂੰ ਵੀ ਆਰਾਮ ਕਰ ਲੈ। ਆਪਣੇ ਕਦਮ ਰੋਕ ਲੈ, ਪਰ ਰੁਕਿਆ ਨਹੀਂ, ਮਿਸ਼ਨ ਤੇ ਨਿਕਲ ਪਿਆ ਔਰ ਜੰਗ ਯੁੱਧ ਫਤਿਹ ਕਰਕੇ ਜਦੋਂ ਵਾਪਸ ਮੁੜਿਆ, ਆਉਂਦਿਆਂ ਉਸਨੇ ਇਸ਼ਨਾਨ ਕੀਤਾ। ਗਰਮ ਸਰਦ ਹੋ ਗਿਆ, ਬਿਮਾਰੀ ਹੋ ਗਈ, ਵੈਦ ਹਕੀਮ ਸੱਦੇ ਗਏ, राजी ना हो सकिया, बीमारी बढ़ती गई। निराश हो करके काजियां मौलाणियां नूं ज्योतिषियां नूं पुछदा है कि तुसी दसो मेरा अंत समा कदों आवेगा। काजी मौलाणे जड़े सन वो डरदे मारे कहण दी हिम्मत ना करन कि तुहाडा अंत समा आ गया। एक ने बड़ी चलाकी दे नाल सियाणप दे नाल गल कही, उत्तर दिता कि ऐ बादशाह सलामत जदों सारी धरती लोहे दी हो जाएगी और आकाश सुनहरी रंग दा हो जाएगा, उस दिन थोड़ा अंत समा आ जाएगा। जदों बीमारी बढ़ गई, बेहोश होके मूर्छित होके सिकंदर बादशाह डिग पिया, फौजियां ने अपने संजो जड़े सन लोहे दे उस धरती ते बिछा दिते और उस लोहे दे संजो दे ऊपर लिटा दिता और बरछा गढ़ के सुनहरी फुल्लां वाली ढाल टंग दिती। सूरज की रोशनी पा करके वो सुनहरी फुल ढाल में जो लगे सन वो चमकन लगे, आकाश का रंग सुनहरी हो गया। जदों सुरत आई, सिकंदर बादशाह ने टटोल के देखा कि धरती लोहे की बनी हुई है, ऊपर देखा आकाश सुनहरी रंग दा है। समझ गया कि मेरा अंत समा आ गया। उसने काजियां मौलाना अमीरां वजीरां नूं सद के कहा कि हुण मैं बच नहीं सकांगा, मेरा मरना निश्चित है। पर मेरी एक गल ध्यान नाल सुनो, जदों मैं मरा, जदों मेरे प्राण निकलन, अर्थी सजा करके दफनाउण वास्ते ले जाया जावे ते अर्थी तो बाहर मेरे दोने हथ पैर नंगे रखे जाण। काजियां मौलाणियां ने कहा कि बादशाह सलामत साढ़े मजहब में ऐसा रिवाज नहीं है, मुर्दे नूं ढक के ले जाया जाता है।
ਹੱਥ ਪੈਰ ਨੰਗੇ ਨਹੀਂ ਰੱਖੇ ਜਾਂਦੇ। ਕਹਿੰਦੇ ਰਿਵਾਜ ਦੀ ਗੱਲ ਛੱਡੋ, ਜੋ ਮੈਂ ਕਹਿੰਦਾ ਉਹ ਸੁਣੋ। ਮੇਰੇ ਦੋਨੇ ਹੱਥ ਦੋਨੇ ਪੈਰ ਚਾਦਰ ਤੋਂ ਬਾਹਰ ਨੰਗੇ ਰੱਖੇ ਜਾਣ ਔਰ ਸਾਰੀ ਪ੍ਰਜਾ ਇਹ ਨਾਰਾ ਲਾਵੇ ਕਿ ਧਨ ਦੌਲਤ ਸਾਥ ਹੈ, ਸਿਕੰਦਰ ਖਾਲੀ ਹੱਥ ਹੈ। ਉਸ ਸਮੇਂ ਦੇ ਮੌਜੂਦਾ ਸ਼ਾਇਰ ਨੇ ਚੰਦ ਲਾਈਨਾਂ ਇਉਂ ਲਿਖੀਆਂ ਹਨ। जर सिकंदर ने जमा कर कह दिया हूँ मैं खुदा, वक्त पढ़ने पर खुदा से सब लगे होने जुदा। सब मुल्क यूनान के हिकमत गरों से यूँ कहा, है कोई मेरे बचाने के लिए इस वक्त मौत की दवा। सब अमीरों और वजीरों बेगमों से यूँ कहा, है कोई मेरे बचाने के लिए अहले वफा। ढेर दौलत के लगाकर हाथ में ले यूँ कहा, तू भी मुझको छोड़ती है अब तो मैं तन्हा चला। और तबीबों के कंधे पे यह मेरा जनाजा हो, गंज हो बेग में भी साथ हो सारी सिपाह। और सिकंदर का जनाजा कूचा कूचा में फिरे, ताकि हो मालूम सबको आखरत का यह मजा। ਜਦੋਂ ਉਸ ਦੀ ਮਾਂ ਨੂੰ ਪਤਾ ਲੱਗਿਆ, ਇਸ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਇੱਕ ਹੋਰ ਗੱਲ ਕਹੀ ਸੀ ਸਿਕੰਦਰ ਬਾਦਸ਼ਾਹ ਨੇ ਕਿ ਮੇਰਾ ਮਰਨਾ ਨਿਸ਼ਚਿਤ ਹੈ, ਪਰ ਜਿਹੜਾ ਮੈਨੂੰ ਮੇਰੀ ਮਾਂ ਦੇ ਨਾਲ ਮਿਲਾ ਦੇਵੇਗਾ ਅੱਧਾ ਰਾਜ ਭਾਗ ਮੈਂ ਉਸ ਨੂੰ ਦੇ ਦਿਆਂਗਾ। ਕਾਜ਼ੀਆਂ ਮੌਲਾਣਿਆਂ ਨੇ ਕਿਹਾ, ਐ ਬਾਦਸ਼ਾਹ ਸਲਾਮਤ, ਅੱਧਾ ਕੀ ਪੂਰਾ ਰਾਜ ਭਾਗ ਵੀ ਦੇ ਦਿਓ ਤਾਂ ਵੀ ਕੋਈ ਤੁਹਾਨੂੰ ਤੁਹਾਡੀ ਮਾਂ ਦੇ ਨਾਲ ਨਹੀਂ ਮਿਲਾ ਸਕਦਾ। ਕਹਿੰਦਾ ਮੈਂ ਬਹੁਤ ਅਭਾਗਾ ਹਾਂ, ਅੰਤਮ ਸਮੇਂ ਮੈਂ ਮਾਂ ਦੇ ਵੀ ਦਰਸ਼ਨ ਨਹੀਂ ਕਰ ਸਕਿਆ। ਜਦੋਂ ਮਾਂ ਨੂੰ ਖਬਰ ਲੱਗੀ ਉਹ ਧਾਹਾਂ ਮਾਰਦੀ ਰੋਂਦੀ ਪਿੱਟਦੀ ਆਈ। शायर लिखता है कि जिसका लखते जिगर था उसका जिगर फटने लगा। जिसका लखते जिगर था उसका जिगर फटने लगा। पूछती है हर बसर को है सिकंदर कौन जा। कब्र पर अपने पिसर की यूँ सुखन कहने लगी, ऐ सिकंदर वो मोहब्बत मत भुला। आखिर तो अर्श से आवाज़ ये आने लगी, आ चुके ऐसे सिकंदर इस जगह लाखों दफा। ऐ माई तू किहड़े सिकंदर की गल करदी है, इत्थे तां लखां ही सिकंदर आए हुए ने। कितने सिकंदर, कितने दारा, कितने कैकाउस सब कबरां विच लेटे पए हैं, जो किसी समय पूरे मुल्क दे उपर एक छत्र राज करन वाले सन। ऐसा ही कलयुग दे विच शाहजहां बादशाह चक्रवर्ती सम्राट होया है। 10,000 तो पाजे संग, शाहजहां दे पास 10,000 तोपां सन। छुट है सख्त जिन दे गिर भंग। जे तोप चों गोले छुटण तां पहाड़ां नूं भी फोड़ देण, पहाड़ भी ढा देण। अरह दुर्ग एह बपुरे कहा, बेचारे किले इस तोप दे गोले दे अगे की हन। थर हर धर कंपावत महा। ਜਦੋਂ ਤੋਪਾਂ ਜੋ ਗੋਲੇ ਛੁੱਟਦੇ ਹਨ ਧਰਤੀ ਸਾਰੀ ਹਿਲ ਜਾਂਦੀ ਹੈ, ਕੰਬ ਜਾਂਦੀ ਹੈ। अर्ध लक्ष रह त्यार जमूरे। ਔਰ ਅਰਧ ਲੱਛ ਨਾਮ ਲੱਖ ਦਾ ਹੈ, ਅੱਧਾ ਲਗਭਗ 50,000 ਜਮੂਰੇ ਸਨ ਜਿਸ ਦੇ ਪਾਸ। रण में रिपुन प्रहार है दूरे। ਔਰ ਦੂਰ ਤੱਕ ਮਾਰ ਕਰਨ ਵਾਲੇ ਜੰਬੂਰੇ 50,000 ਰੱਖੇ ਹੋਏ ਸਨ ਆਪਣੇ ਸ਼ਸਤਰਖਾਨੇ ਵਿੱਚ। बड़ समाज सो उतरियो साहू। ਵੱਡੇ ਸਾਜੋ ਸਮਾਜ ਦੇ ਨਾਲ ਸ਼ਾਹਜਹਾਂ ਬਾਦਸ਼ਾਹ ਉਤਰਿਆ। सेवे सब चित के नर नाहू। ਸਾਰੀ ਧਰਤੀ ਦੇ ਰਾਜੇ ਮਹਾਰਾਜੇ ਜਿਸ ਦੇ ਅੱਗੇ ਨਿਉਂਦੇ ਸਨ। एक दिन निकस्यो लपुर छोरा। ਲਾਹੌਰ ਸ਼ਹਿਰ ਛੱਡ ਕਰਕੇ ਇੱਕ ਦਿਨ ਬਾਹਰ ਨਿਕਲਿਆ। कर के सदन सुधासर ओरा। ਸੁਧਾਸਰ ਅੰਮ੍ਰਿਤਸਰ ਦੀ ਤਰ੍ਹਾਂ ਮੂੰਹ ਕਰਕੇ ਲਾਵ ਲਸ਼ਕਰ ਦੇ ਨਾਲ ਚੱਲ ਪਿਆ। कानन में गन जीवन खावे। ਜੰਗਲ ਦੇ ਵਿੱਚ ਜੀਵਾਂ ਦਾ ਸ਼ਿਕਾਰ ਕਰਨ ਵਾਸਤੇ। स्वानन ते गन मृगन गहावे। ਸਵਾ ਸ਼ਿਕਾਰੀ ਕੁੱਤਿਆਂ ਪਾਸੋਂ ਮਿਰਗਾਂ ਨੂੰ ਹਰਨਾਂ ਨੂੰ ਫੜਾਉਂਦਾ ਹੈ। करत अखेर आधमग आवा।
ਰਾਹ ਵਿੱਚ ਸ਼ਿਕਾਰ ਕਰਦਾ ਹੋਇਆ ਅੰਮ੍ਰਿਤਸਰ ਸਾਹਿਬ ਦੀ ਤਰਫ ਆ ਰਿਹਾ ਹੈ। ਸ਼ਰਮਤ ਸਾਹੋ ਤੈ ਕੁਛ ਅਲਸਾਵਾ, ਜਦੋਂ ਸ਼ਿਕਾਰ ਕਰਦਾ ਹੋਇਆ ਥੱਕ ਗਿਆ, ਕੁਝ ਅਲਸਾ ਗਿਆ। ਕਰਿਓ ਨਿਵੇਸ਼ ਨਿਸਾ ਬਿਸਰਾਮਾ, ਰਾਤ ਪਈ ਤੇ ਉਸਨੇ ਡੇਰਾ ਕੀਤਾ ਜੰਗਲ ਵਿੱਚ। ਲਗੇ ਤਹਾਂ ਤੰਬੂ ਅਬਿਰਾਮਾ, ਉੱਥੇ ਬਹੁਤ ਸਾਰੇ ਤੰਬੂ, ਸੁੰਦਰ ਤੰਬੂ, ਕਨਾਤਾਂ ਲੱਗੀਆਂ। ਬ੍ਰਿੰਦ ਬਾਹਨੀ ਉਮਟਤ ਆਈ, ਬਹੁਤ ਸਾਰੀਆਂ ਸੈਨਾਵਾਂ ਬੱਦਲ ਵਾਂਗ ਉਮੜ ਕੇ ਨਾਲ ਆਈਆਂ। ਕਰ ਦੀਨਸ ਡੇਰਾ ਚੌਕਾਈ, ਚਾਰ ਚੁਫੇਰੇ ਸਭ ਸੈਨਿਕਾਂ ਨੇ, ਸਿਪਾਹੀਆਂ ਨੇ ਡੇਰੇ ਲਗਾ ਲਏ। ਗਜਬਾਜੀ ਨੇ ਬਨ ਮਥ ਗੇਰਾ, ਔਰ ਹਾਥੀ ਤੇ ਘੋੜਿਆਂ ਨੇ ਸਾਰਾ ਜੰਗਲ ਗਾਹ ਦਿੱਤਾ, ਮਲ ਦਲ ਮਲ ਸੁੱਟਿਆ। ਉਤਰਿਓ ਲਸਕਰ ਸਾਹੋ ਗਨੇਰਾ, ਸ਼ਾਹਜਹਾਂ ਬਾਦਸ਼ਾਹ ਦਾ ਸਾਰਾ ਲਾਓ ਲਸ਼ਕਰ, ਸਾਰੀ ਫੌਜ ਉਤਰੀ। ਗਨ ਉਮਰਾਵ ਚਮੂ ਜੁਤ ਆਏ, ਬਹੁਤ ਸਾਰੇ ਉਮਰਾਵ ਵੀ ਸੈਨਾ ਦੇ ਸਹਿਤ ਆਏ, ਸੈਨਾਪਤੀ ਵੀ ਆਏ। ਜੋ ਨਿਤ ਕਰੇ ਸਲਾਮਨ ਜਾਏ, ਜੋ ਨਿਤਾ ਪ੍ਰਤੀ ਵੱਡੇ ਵੱਡੇ ਉਮਰਾਵ ਸੈਨਾਪਤੀ ਸ਼ਾਹਜਹਾਂ ਬਾਦਸ਼ਾਹ ਨੂੰ ਝੁਕ ਕਰਕੇ ਫਰਸੀ ਸਲਾਮ ਕਰਦੇ ਸਨ। ਮੁਸਲਮਾਨ ਲੋਕ ਫਰਸੀ ਸਲਾਮ ਕਰਦੇ ਹਨ, ਸੱਤ ਵੈਰੀ ਧਰਤੀ ਤੇ ਹੱਥ ਲਗਾ ਕਰਕੇ ਔਰ ਮੱਥੇ ਨੂੰ ਹੱਥ ਲਗਾਉਣਾ, ਇਹ ਫਰਸੀ ਸਲਾਮ ਮੁਸਲਮਾਨਾਂ ਦੇ ਵਿੱਚ ਰਿਵਾਜ ਹੈ। ਉਹ ਸਾਰੇ ਹੀ ਉਮਰਾਵ ਫਰਸੀ ਸਲਾਮ ਕਰਿਆ ਕਰਦੇ ਸਨ ਸ਼ਾਹਜਹਾਂ ਬਾਦਸ਼ਾਹ ਨੂੰ। ਖਾਨ ਪਾਨ ਕਰਕੇ ਸਮੁਦਾਈ, ਔਰ ਸਾਰੀਆਂ ਫੌਜਾਂ ਨੇ ਖਾਨ ਪਾਨ ਕਰਕੇ ਸੁਪਤ ਜਥਾ ਸੁਖ ਰਾਤ ਬਿਤਾਈ, ਔਰ ਸੌਂ ਕਰਕੇ ਸੁਖ ਪੂਰਵਕ ਰਾਤ ਬਿਤਾਈ। ਭਈ ਪ੍ਰਾਤ ਪਿਖ ਜਾਗਿਓ ਸਾਹੂ, ਜਦੋਂ ਪ੍ਰਾਤः ਕਾਲ ਹੋਇਆ ਬਾਦਸ਼ਾਹ ਸ਼ਾਹਜਹਾਂ ਜਾਗਿਆ। ਕਰਨ ਅਖੇਰ ਚਹਿਤ ਚਿਤ ਮਾਹੂ, ਚਿੱਤ ਵਿੱਚ ਸ਼ਿਕਾਰ ਕਰਨਾ ਚਾਹੁੰਦਾ ਹੈ। ਗਨ ਚੀਤੇ ਅਰ ਸਵਾਨ ਬਿਸਾਲੇ, ਬਹੁਤ ਸਾਰੇ ਚੀਤੇ ਦੇ, ਬਹੁਤ ਸਾਰੇ ਕੁੱਤੇ ਆਦਿਕ, ਪਖੀਅਤ ਆਮਿਖ ਕ੍ਰਿਤ ਬਲ ਵਾਲੇ, ਜੋ ਬਹੁਤ ਮਾंस ਖਾ ਕਰਕੇ ਤਕੜੇ ਮੋਟੇ ਸਰੀਰ ਵਾਲੇ ਸਨ ਜਾਨਵਰ। ਬਹਿਰੀ ਬਾਜ ਕੁਹੀ ਬਹੁ ਸਿਕਰੇ, ਬਹਿਰੀ, ਬਾਜ, ਕੋਹਰੀ, ਸਿਕਰੇ, ਇਹ ਸਾਰੇ ਜੰਗਲੀ ਜਾਨਵਰ ਹਨ। ਲਗਰ ਝਗਰ ਜੁਰਰੇ ਖਗ ਪਕਰੇ, ਲਗਰ, ਜਗਰ, ਜੁਰਰੇ, ਇਹ ਸਾਰੇ ਹੀ ਮਾਂਸਾਹਾਰੀ ਪੰਛੀ ਹਨ। ਬਾਜ ਜੁਹੀ ਲੀਨੇ ਗਨ ਆਇਓ, ਔਰ ਬਾਜ ਲੈ ਕਰਕੇ ਸ਼ਾਹਜਹਾਂ ਬਾਦਸ਼ਾਹ ਆਇਆ। ਪਿਖੇ ਤਮਾਸਾ ਆਵਤ ਧਾਇਓ, ਔਰ ਬਾਜ ਦਾ ਤਮਾਸ਼ਾ ਦੇਖਦਾ ਹੋਇਆ ਚੱਲ ਕੇ ਆ ਰਿਹਾ ਹੈ। ਨਿਕਟ ਸੁਧਾਸਰ ਪਹੁੰਚੇ ਆਏ, ਜਦੋਂ ਸ਼ਾਹਜਹਾਂ ਅੰਮ੍ਰਿਤਸਰ ਸਾਹਿਬ ਦੇ ਨੇੜੇ ਆਣ ਪਹੁੰਚਿਆ। ਕੋਸ 6-7 ਸੁਰਹਿਗੀ ਥਾਏ, 6-7 ਕੋਹ ਦੀ ਦੂਰੀ ਤੇ ਜਦੋਂ ਪਹੁੰਚਿਆ। ਇਤ ਤੇ ਸਤਿਗੁਰ ਚਹਿਓ ਅਖੇਰੇ, ਇਧਰ ਮੇਰੀ ਪੀਰੀ ਦੇ ਮਾਲਕ ਦਲ ਪੰਜਨ ਗੁਰੂ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਜੀ ਇਧਰੋਂ ਸ਼ਿਕਾਰ ਵਾਸਤੇ ਨਿਕਲੇ। ਬਲੀ ਤੁਰੰਗ ਮੰਗਾਇਓ ਨੇਰੇ, ਛੇਵੇਂ ਪਾਤਸ਼ਾਹ ਜੀ ਨੇ ਆਪਣਾ ਬਲੀ ਘੋੜਾ ਮੰਗਵਾਇਆ। ਗਨ ਸੁਬਟਨ ਕੋ ਸੁਧ ਜਬ ਹੋਈ, ਜਦੋਂ ਸਭ ਸਿੱਖ ਸੂਰਮਿਆਂ ਨੂੰ ਖਬਰ ਹੋਈ, ਭਏ ਤਿਆਰ ਤੁਰਨ ਸਭ ਕੋਈ, ਛੇਤੀ ਹੀ ਸਾਰੇ ਤਿਆਰ ਬਰ ਤਿਆਰ ਹੋ ਗਏ, ਸਨਦਬੱਧ ਹੋ ਗਏ ਸ਼ਸਤਰ ਸਜਾ ਕਰਕੇ। ਹਯਨ ਜੀਨ ਪਾਏ ਤਤਕਾਲਾ, ਤਤਕਾਲ ਹੀ ਘੋੜਿਆਂ ਦੇ ਉੱਪਰ ਜੀਨ ਕਾਠੀਆਂ ਪਾਈਆਂ। ਬਸਤਰ ਸ਼ਸਤਰ ਸਭ ਤਰੇ ਵਿਸਾਲਾ, ਅਸਤਰ ਸ਼ਸਤਰ ਸਾਰੇ ਸਜਾ ਲਏ ਫੌਜੀਆਂ ਨੇ, ਸਿੱਖ ਸੂਰਮਿਆਂ ਨੇ। ਚੜ੍ਹੇ ਤੁਰਤ ਸਤਿਗੁਰ ਢਿਗ ਆਏ, ਘੋੜਿਆਂ ਤੇ ਅਸਵਾਰ ਹੋ ਕੇ ਸਤਿਗੁਰਾਂ ਦੇ ਕੋਲ ਆਏ। ਨਿਜ ਕੰਦਨ ਬੰਦੂਕ ਟਿਕਾਏ, ਔਰ ਆਪੋ ਆਪਣੇ ਨਿਜ ਕੰਧਿਆਂ ਮੋਢਿਆਂ ਦੇ ਉੱਪਰ ਬੰਦੂਕ ਟਿਕਾਏ ਹੋਏ ਹਨ। ਕਹਿ ਤੋ ਮਰ ਕਹਿ ਗਨੀ ਕਮਾਨ, ਕਿਸੇ ਨੇ ਧਨੁਖ ਬਾਣ ਲਟਕਾਏ ਹੋਏ ਹਨ। ਇਸ ਪ੍ਰਕਾਰ ਹੋਏ ਸਬਧਾਨ, ਇਸ ਪ੍ਰਕਾਰ ਕਿਸੇ ਨੇ ਧਨੁਖ ਬਾਣ, ਕਿਸੇ ਨੇ ਬੰਦੂਕ ਮੋਢੇ ਤੇ ਲਟਕਾਈ ਹੈ, ਕਿਸੇ ਨੇ
ਹੋਰ ਅਸਤਰ ਸ਼ਸਤਰ ਧਾਰਨ ਕੀਤੇ ਹੋਏ ਹਨ। ਇਸ ਤਰ੍ਹਾਂ ਤਿਆਰ ਹੋ ਕੇ ਆਏ। ਸਤਿਗੁਰ ਗਰੇ ਖੜਗ ਕੋ ਪਾਏ। ਇੱਧਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਲ ਵਿੱਚ ਖੜਗ ਧਾਰਨ ਕੀਤਾ। ਧਰ ਧਰ ਕਸ ਕਟ ਕਸੀ ਸੁਹਾਏ। ਔਰ ਕਸ ਕੇ ਕਮਰ ਕਸਾ ਕੀਤਾ। ਕੰਧ ਹੈ ਧਨੁਕ ਕਠੋਰ ਕਰਾਲਾ। ਔਰ ਆਪਣੇ ਮੋਢੇ ਤੇ ਬਹੁਤ ਵਿਕਰਾਲ ਬੜਾ ਹੀ ਭਾਰਾ ਧਨੁਖ ਟੰਗਿਆ। 9 ਟੰਕਾ ਧਨੁਖ, 9 ਟੰਕ ਵਾਲਾ। ਇੱਕ ਟੰਕ ਵਿੱਚ 25 ਸੇਰ ਭਾਰ ਹੁੰਦਾ ਹੈ। 9 ਟੰਕਾ 225 ਸੇਰ ਦਾ ਧਨੁਖ ਉਹ ਮੋਢੇ ਤੇ ਲਟਕਾਇਆ ਸਤਿਗੁਰਾਂ ਨੇ। ਭਏ ਤਿਆਰ ਸਤਿਗੁਰ ਤਤਕਾਲਾ। ਸਤਿਗੁਰੂ ਮਹਾਰਾਜ ਤਤਕਾਲ ਹੀ ਉਹ ਧਨੁਖ ਬਾਣ ਲੈ ਕਰਕੇ ਖੜਗ ਗਲੇ ਵਿੱਚ ਧਾਰਨ ਕਰਕੇ ਤਿਆਰ ਬਰ ਤਿਆਰ ਹੋਏ। ਤੀਰਾਂ ਦਾ ਪੱਥਾ ਲਟਕਾਇਆ। ਔਰ ਐਸੇ ਦਇਆਲੂ ਕਿਰਪਾਲੂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਨ ਜੋ ਤੀਰ ਦੀ ਮੁਖੀ ਦੇ ਨਾਲ 1.25 ਤੋਲਾ ਸੋਨਾ ਜੜਵਾ ਕੇ ਰੱਖਿਆ ਕਰਦੇ ਸਨ। ਜੰਗ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੀਰ ਦੀ ਮੁਖੀ ਦੇ ਨਾਲ 1.25 ਤੋਲਾ ਸੋਨਾ ਜੜਵਾ ਕੇ ਰੱਖਿਆ ਹੋਇਆ ਸੀ। ਉਹਨਾਂ ਦੇ ਸੰਘਾਰ ਕਰਨ ਵਿੱਚ ਵੀ ਦਿਆਲੁਤਾ ਦਿਸਦੀ ਹੈ। ਉਹ ਇਸ ਲਈ ਉਹਨਾਂ ਦਾ ਮੰਤਵ ਇਹ ਸੀ ਕਿ ਸਾਡੇ ਤੀਰ ਦੇ ਨਾਲ ਜਿਹੜਾ ਕੋਈ ਦੁਸ਼ਮਣ ਮਾਰਿਆ ਜਾਵੇ, ਜੇ ਸੰਸਕਾਰ ਕਰਨ ਲਈ ਪੈਸਾ ਨਾ ਹੋਵੇ ਤੇ ਸੋਨਾ ਵੇਚ ਕੇ ਦਾਹ ਸੰਸਕਾਰ ਕਰ ਸਕਦਾ ਜਾਂ ਦਫਨਾ ਸਕਦਾ ਹੈ। 1.25 ਤੋਲਾ ਸੋਨਾ ਤੀਰ ਦੀ ਮੁਖੀ ਦੇ ਨਾਲ ਜੜਵਾਇਆ ਕਰਦੇ ਸਨ। ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਜੀ ਵੀ 1.25 ਤੋਲਾ ਸੋਨਾ ਤੀਰ ਦੀ ਮੁਖੀ ਦੇ ਨਾਲ ਜੜਵਾ ਕੇ ਰੱਖਿਆ ਕਰਦੇ ਸਨ। ਸੋ ਨੌਟੰਕਾ ਜੋ ਧਨੁਖ ਦਾਦਾ ਗੁਰੂ ਜੀ ਨੇ ਧਾਰਨ ਕੀਤਾ, ਉਹੀ ਨੌਟੰਕਾ ਧਨੁਖ ਦਸ਼ਮੇਸ਼ ਪਿਤਾ ਜੀ ਧਾਰਨ ਕਰਿਆ ਕਰਦੇ ਸਨ। ਇੰਨਾ ਭਾਰਾ ਧਨੁਖ ਜੋ ਬੰਦਾ ਚੁੱਕ ਵੀ ਨਾ ਸਕੇ, ਉਹ ਖੱਬੇ ਹੱਥ ਦੇ ਨਾਲ ਚੁੱਕ ਕਰਕੇ ਔਰ ਕੰਨ ਤੱਕ ਤੀਰ ਖਿੱਚ ਕਰਕੇ ਮਾਰਨਾ। ਐਸੀ ਦਲੇਰੀ ਬਹਾਦਰੀ ਜਾਂ 6ਵੇਂ ਪਾਤਸ਼ਾਹ ਵਿੱਚ ਸੀ ਜਾਂ ਦਸ਼ਮੇਸ਼ ਪਿਤਾ ਜੀ ਵਿੱਚ ਸੀ। ਇੱਕ ਹੁੰਦਾ ਹੈ ਯੋਧਾ, ਇੱਕ ਹੁੰਦਾ ਮਹਾਬਲੀ, ਇੱਕ ਹੁੰਦਾ ਸੂਰਮਾ। ਯੋਧਾ ਉਹ ਹੁੰਦਾ ਜੋ ਇੱਕ ਦੇ ਨਾਲ ਇੱਕ ਲੜੇ, ਉਸ ਨੂੰ ਯੋਧਾ ਕਿਹਾ। ਜਿਹੜਾ 10,000 ਦੇ ਨਾਲ ਇਕੱਲਾ ਲੜੇ ਉਸ ਨੂੰ ਮਹਾਬਲੀ ਕਿਹਾ। ਜੋ ਅਣਗਿਣਤਾਂ ਦੇ ਨਾਲ ਲੜੇ ਉਹ ਸੂਰਮਾ ਹੁੰਦਾ ਹੈ। ਸੂਰਮਾ ਉਸ ਨੂੰ ਕਿਹਾ ਜੋ ਅਣਗਿਣਤਾਂ ਦੇ ਨਾਲ ਲੜੇ, ਗਿਣਤੀ ਨਾ ਕਰੇ ਕਿ ਕਿੰਨੀ ਦੁਸ਼ਮਣ ਫੌਜ ਹੈ। ਧੰਨ ਕਲਗੀਧਰ ਦਸ਼ਮੇਸ਼ ਪਿਤਾ ਜੀ 10 ਲੱਖ ਦਾ ਘੇਰਾ ਪਿਆ ਹੋਇਆ ਹੈ। ਪਹਾੜੀ ਰਾਜਿਆਂ 22 ਧਾਰ ਦੇ ਪਹਾੜੀ ਰਾਜਿਆਂ ਦਾ ਤੇ ਮੁਗਲਾਂ ਦਾ ਅਣਗਿਣਤ ਸੈਨਾ ਦੇ ਨਾਲ ਜੰਗ ਕੀਤਾ। 6ਵੇਂ ਪਾਤਸ਼ਾਹ ਜੀ ਨੇ ਤੇ ਦਸ਼ਮੇਸ਼ ਪਿਤਾ ਜੀ ਨੇ। ਜੋ ਕੰਮ ਦਾਦਾ ਗੁਰੂ ਜੀ ਨੇ ਕੀਤਾ ਉਹੀ ਕੰਮ ਪੁੱਤਰੇ ਗੁਰੂ ਨੇ ਕੀਤਾ। ਦਾਦਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਾਂਤ ਰੂਪ ਵਿੱਚ ਰਹਿ ਕੇ ਸ਼ਹੀਦੀ ਪ੍ਰਾਪਤ ਕੀਤੀ, ਸ਼ਹੀਦੀ ਦਾ ਜਾਮ ਪੀਤਾ। ਉਹਨਾਂ ਦੇ ਪੁੱਤਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣਾ ਸੀਸ ਕੁਰਬਾਨ ਕੀਤਾ। ਜੇ ਦਾਦਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 4 ਜੰਗ ਕੀਤੇ, ਉਹਨਾਂ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 14 ਜੰਗ ਕੀਤੇ। 14 ਜੰਗਾਂ ਵਿੱਚ ਜੇਤੂ ਰਹੇ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਨੌਟੰਕਾ ਧਨੁਖ ਮੋਢੇ ਤੇ ਧਾਰਨ ਕੀਤਾ ਹੈ। ਚੰਚਲ ਬਲੀ ਕੁਮੈਤ ਸੁਬਾਜ। ਔਰ ਕੁਮੈਤ ਨਾਮ ਦਾ ਚੰਚਲ ਬਲੀ ਘੋੜਾ ਮੰਗਵਾਇਆ ਹੈ। ਅਰੋਹੇ ਗਹਿ ਕਰ ਧਰ ਬਾਜ। ਔਰ ਹੱਥ ਤੇ ਬਾਜ ਰੱਖ ਕਰਕੇ ਘੋੜੇ ਦੀ ਲਗਾਮ ਫੜੀ ਹੈ। ਜੁਰਰੇ ਕੁਹੀ ਸਵਾਨ ਬਲਵੰਤੇ। ਜੁਰਰੇ ਕੁਹੀ ਕੁੱਤੇ ਬਲਵਾਨ ਜਿਹੜੇ ਹਨ। ਮੀਰ ਸ਼ਿਕਾਰ ਸੰਗ ਗਮਨੰਤੇ। ਮੀਰ ਸ਼ਿਕਾਰੀ ਜਿਹੜੇ ਹਨ ਉਹ ਨਾਲ ਗੁਰੂ ਸਾਹਿਬ ਜੀ ਦੇ ਚੱਲ ਰਹੇ ਹਨ। 2-3 ਕੋਸ ਫਿਰੇ ਬਨ ਗਾਹਤ। 2-3 ਕੋਹਾਂ ਤੱਕ ਬਨ ਵਿੱਚ ਵਿਚਰਦੇ ਰਹੇ। ਹਨਵੇ ਸੂਕਰ ਸਸੇ ਉਮਾਹਤ। ਔਰ ਬੜੇ ਉਤਸ਼ਾਹ ਦੇ ਸਹਿਤ ਸਵਾਨ ਕੁੱਤੇ ਹੋਰ ਵੀ
ਜੰਗਲੀ ਜਾਨਵਰਾਂ ਦਾ ਸ਼ਿਕਾਰ ਕੀਤਾ। ਆਗਾ ਸਾਹ ਜਹਾਂ ਕੋ ਜਹਾਂ, ਜਿੱਥੇ ਅੱਗਾ ਸ਼ਾਹਜਹਾਂ ਦਾ ਸੀ, ਜਿੱਥੇ ਡੇਰਾ ਸੀ, ਜਿਸ ਜੰਗਲ ਵਿੱਚ ਸ਼ਾਹਜਹਾਂ ਵਿੱਚ ਵੀ ਉਤਰਿਆ ਹੋਇਆ ਸੀ ਲਾਓ ਲਸ਼ਕਰ ਦੇ ਨਾਲ, ਉਸੇ ਜੰਗਲ ਵਿੱਚ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਸਿੱਖ ਸੂਰਮਿਆਂ ਦੇ ਨਾਲ ਸ਼ਿਕਾਰ ਕਰ ਰਹੇ ਹਨ। ਪਰ ਦੋਹਾਂ ਦੇ ਸ਼ਿਕਾਰ ਕਰਨ ਵਿੱਚ ਫਰਕ ਹੈ। ਉਹ ਮੁਸਲਮਾਨ ਬਾਦਸ਼ਾਹ ਸ਼ਾਹਜਹਾਂ ਆਪਣੇ ਜਿਹਵਾ ਦੇ ਸਵਾਦ ਵਾਸਤੇ ਮਾंस ਖਾਣ ਵਾਸਤੇ ਸ਼ਿਕਾਰ ਕਰਦਾ ਹੈ, ਪਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਵਾਂ ਦਾ ਉਧਾਰ ਕਰਨ ਵਾਸਤੇ ਸ਼ਿਕਾਰ ਕਰਦੇ ਹਨ। ਔਰ ਜੋ ਗੁਰੂ ਸਾਹਿਬਾਨਾਂ ਦੇ ਹੱਥੋਂ ਜੋ ਮਾਰਿਆ ਗਿਆ ਉਹ ਸਿੱਧੇ ਬੈਕੁੰਠ ਨੂੰ ਗਿਆ, ਮੁਕਤ ਹੋ ਗਿਆ। ਸੋ ਇੱਕ ਪਾਸੇ ਉਧਾਰ ਕਰਨ ਦਾ ਖਿਆਲ ਹੈ ਮਨ ਵਿੱਚ, ਇੱਕ ਪਾਸੇ ਮਾंस ਖਾਣ ਦਾ ਪ੍ਰੇਮੀ ਸ਼ਾਹਜਹਾਂ ਸ਼ਿਕਾਰ ਕਰ ਰਿਹਾ ਹੈ। ਸ੍ਰੀ ਹਰਿ ਗੋਬਿੰਦ ਗਮਨੇ ਤਹਾਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੇ ਡੇਰਾ ਸੀ ਸ਼ਾਹਜਹਾਂ ਦਾ ਉਸ ਪਾਸੇ ਗਏ। ਚਤੁਰ ਕੋਸ ਕੋ ਅੰਤਰ ਰਹਿਓ, ਜਦੋਂ ਸ਼ਾਹਜਹਾਂ ਦੇ ਡੇਰੇ ਤੋਂ 4 ਕੋਹਾਂ ਦਾ ਫਰਕ ਰਿਹਾ। ਕਰਿਓ ਅਖੇਰ ਜਿਤਿਕ ਚਿਤ ਚਾਹਿਓ, ਜਿੰਨਾ ਚਿੱਤ ਚਾਹਿਆ, ਜਿੰਨਾ ਵੀ ਚਿੱਤ ਚਾਹਿਆ ਸ਼ਿਕਾਰ ਕਰਦੇ ਰਹੇ ਗੁਰੂ ਮਹਾਰਾਜ। ਤੀਤਰ ਲਵਾ ਬਟੇਰ ਸੰਘਾਰੇ, ਤਿੱਤਰ ਲਵਾਂ ਬਟੇਰਾਂ ਦਾ ਸੰਘਾਰ ਕੀਤਾ। ਸੂਕਰ ਸਸੇ ਬਿਲੋਕ ਪ੍ਰਹਾਰੇ, ਸੂਰ ਸਸੇ ਦੇਖ ਕਰਕੇ ਪ੍ਰਹਾਰ ਕੀਤੇ। ਹਯਨ ਪਲਾਵਤ ਪਾਛੇ ਪਰ, ਆ ਜੇ ਕੋਈ ਹਰਨ ਨਿਕਲ ਆਵੇ, ਕੋਈ ਜੰਗਲੀ ਜਾਨਵਰ ਨਿਕਲ ਆਵੇ, ਉਹਦੇ ਮਗਰ ਗੁਰੂ ਸਾਹਿਬ ਜੀ ਘੋੜਾ ਭਜਾਉਂਦੇ ਹਨ। ਮ੍ਰਿਗਨ ਥਕਾਏ ਜੀਅਤ ਕੋ ਧਰੈ, ਹਰਨਾਂ ਨੂੰ ਥਕਾ ਕਰਕੇ ਹੰਬਾ ਕੇ ਉਸ ਨੂੰ ਫੜ ਲੈਂਦੇ ਹਨ। ਇਤ ਉਤ ਫਿਰੇ ਤਵਾਵਹਿ ਕੋਰੇ, ਘੋੜਿਆਂ ਨੂੰ ਇੱਧਰ ਉੱਧਰ ਦੌੜਾਉਂਦੇ ਹੋਏ ਮਿਰਗਾਂ ਹਰਨਾਂ ਆਦਿਕ ਜਾਨਵਰਾਂ ਨੂੰ ਫੜਦੇ ਹਨ। ਦੂਰ ਦੂਰ ਲਗ ਕਾਨਨ ਟੋਰੇ, ਦੂਰ ਦੂਰ ਤੱਕ ਸਾਰੇ ਜੰਗਲ ਵਿੱਚ ਵਿਚਰੇ। ਸ਼ਰਮਤ ਪੈ ਸ੍ਰੀ ਹਰਿ ਗੋਬਿੰਦ, ਸ਼ਿਕਾਰ ਕਰਦੇ ਹੋਏ ਜਦੋਂ ਕੁਝ ਥੱਕ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਕਰੇ ਅਖੇਰ ਬ੍ਰਿਤ ਹਤ ਬ੍ਰਿੰਦ, ਫਿਰ ਸਾਰੇ ਹੀ ਸਿੱਖ ਸੂਰਮਿਆਂ ਨੂੰ ਪਿਛਾਂ ਹਟਾ ਲਿਆ, ਆਪ ਵੀ ਪਿਛਾਂ ਹਟ ਗਏ। ਵਿਧਿਏ ਸੋ ਬੋਲੇ ਮੋ ਫਿਰੇ, ਭਾਈ ਵਿਧੀ ਚੰਦ ਦੇ ਤਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਉਂ ਬੋਲੇ, ਅਧਿਕ ਤੁਰੰਗ ਤਵਾਵਨ ਕਰੇ, ਘੋੜੇ ਨੂੰ ਬਹੁਤਾ ਦੌੜਾਉਣਾ ਕੀਤਾ ਹੈ। ਸ਼ਰਮਤ ਪਏ ਕਿਤ ਛਾਵ ਨਿਹਾਰੋ, ਅਸੀਂ ਹੁਣ ਥੱਕ ਗਏ ਹਾਂ, ਕੋਈ ਬ੍ਰਿਛ ਦੀ ਸੰਘਣੀ ਛਾਂ ਦੇਖੋ। ਉਤਰੇ ਤਹਾਂ ਸੋ ਸ਼ਰਮ ਨਿਰਵਾਰੋ, ਸੰਘਣੀ ਛਾਂ ਦੇਖ ਕਰਕੇ ਉਤਾਰਾ ਕਰੀਏ ਤੇ ਥਕੇਵਾਂ ਲਾਈਏ। ਫਿਰੇ ਸੌਰ ਦੁਰ ਲਗ ਹੇਰੇ, ਸੋ ਗੁਰੂ ਸਾਹਿਬ ਜੀ ਨੇ ਕਿਹਾ ਕਿ ਫਿਰੇ ਸੌਰ ਦੂਰ ਲਗ ਹੇਰੇ, ਘੁੜ ਸਵਾਰ ਬਹੁਤ ਦੂਰ ਤੱਕ ਫਿਰ ਰਹੇ ਹਨ, ਦੇਖੇ ਜਾਂਦੇ ਹਨ। ਆਏ ਬਤਾਏ ਸਤਿਗੁਰ ਨੇਰੇ, ਘੁੜ ਸਵਾਰ ਬਹੁਤ ਦੂਰ ਤੱਕ ਫਿਰ ਕਰਕੇ ਦੇਖ ਕੇ ਆਏ ਕਿ ਕਿਥੇ ਦਰਖਤ ਦੀ ਸੰਘਣੀ ਛਾਂ ਹੋਵੇ, ਉੱਥੇ ਗੁਰੂ ਮਹਾਰਾਜ ਜੀ ਦਾ ਉਤਾਰਾ ਕਰਵਾਈਏ। ਸੋ ਘੁੜ ਸਵਾਰ ਛਾਂ ਦੇਖ ਕਰਕੇ ਵਾਪਸ ਮੁੜੇ। ਮਹਾਰਾਜ ਦੋਇ ਪੀਪਰ ਖਰੇ, ਇਹ ਮਹਾਰਾਜ 2 ਪਿੱਪਲ ਦੇ ਦਰਖਤ ਖੜੇ ਹਨ। ਗੁਮਟਾਲਾ ਹਦ ਤੇ ਬਹੁ ਪਰੇ, ਗੁਮਟਾਲਾ ਤੋਂ ਪਰੇ 2 ਪਿੱਪਲ ਦੇ ਬ੍ਰਿਛ ਖਲੋਤੇ ਹਨ। ਤਿਨ ਕੀ ਵੀ ਕੁਛ ਸਗਨ ਨ ਛਾਇਆ, ਪਰ ਉਹਨਾਂ ਦੀ ਵੀ ਕੋਈ ਸੰਘਣੀ ਛਾਂ ਨਹੀਂ ਹੈ। ਜਲ ਤਲ ਗਏ ਕਿਨੂ ਦੋ ਲਾਇਆ, ਔਰ ਮਾਨੋ ਕਿਸੇ ਨੇ ਦੌ ਲਾਇਆ, ਅਗਨੀ ਲਗਾ ਦਿੱਤੀ ਹੋਵੇ, ਸਾੜ ਦਿੱਤਾ ਹੋਵੇ ਦਰਖਤਾਂ ਨੂੰ, ਪਰ ਉਹਨਾਂ ਦੀ ਸੰਘਣੀ ਛਾਇਆ ਨਹੀਂ ਹੈ। ਉਹਨਾਂ ਦੇ ਪੱਤੇ ਵੀ ਸੰਘਣੇ ਨਹੀਂ ਹਨ, ਛਾਂ ਵੀ ਸੰਘਣੀ ਨਹੀਂ ਹੈ। ਸੁਨਤ ਅਰਿੰਦਮ ਤਿਤ ਕੋ ਗਏ, ਬੈਰੀਆਂ ਦੇ ਨਾਸ ਕਰਤਾ ਗੁਰੂ ਸਾਹਿਬ ਜੀ ਉਸ ਪਾਸੇ ਗਏ। ਪਤਰੀ ਛਾਓ ਹੇਰ ਉਤਰਾਏ, ਔਰ ਪਤਲੀ ਛਾਂ ਦੇਖ ਕਰਕੇ ਉਤਰਨਾ ਕੀਤਾ। ਊਪਰ ਬਸਤਰ ਡਾਰ ਕੀਏ ਛਾਇਆ, ਪਿੱਪਲ ਦਰਖਤ ਦੀ ਛਾਂ ਪਤਲੀ ਸੀ, ਸੰਘਣੀ ਨਹੀਂ ਸੀ।
गुरु साहब जी ने चादर पवाई, आए फरासन फर्श बनाया, ते फरासन आया, उसने फर्श तैयार किया। हित आराम कर बैतह थिरे, आराम करन वास्ते गुरु महाराज उत्थे टिक गए। लेकर नीर चुरे गन करे, कुछ जल लेके हत्थां विच चुल्हा कीता। मुख पंकज को बहुर पखारा, अपने मुखार बिंद नूं निर्मल जल दे नाल धोਣਾ कीता, चुल्ली कीती। मृदुल पदन पर जल को डारा, और सुंदर बदन चेहरे दे ऊपर जल पाया, अखां विच छिट्टे मारे, मूंह धोਣਾ कीता। जेठ मास को घाम निवारे, और जेठ महीने दी करड़ी धुप निवृत कीती। बैठे सतगुर श्रम निर्वारे, सतगुरु जी उथे पतली छां सी, बेशक ऊपर चादर पवा करके छां कीती और उथे बैठ करके थकेवा लाया। दूर दूर छाया अविलोक, दूर दूर तक छाया देख करके परे उतर जे संगी लोक, ਜਿਹੜੇ ਗੁਰੂ ਸਾਹਿਬ ਜੀ ਦੇ ਸੰਗੀ ਸਾਥੀ ਫੌਜੀ ਸਨ, ਸਿੱਖ ਸੂਰਮੇ ਸਨ, ਉਹ ਵੀ ਦਰਖਤਾਂ ਦੀ ਛਾਂ ਦੂਰ ਦੂਰ ਤੱਕ ਦੇਖ ਕਰਕੇ ਉਤਰ ਗਏ। है बांधे डोरन के साथ, ਡੋਰਿਆਂ ਦੇ ਨਾਲ ਆਪੋ ਆਪਣੇ ਵਾਹਨਾਂ ਨੂੰ, ਘੋੜਿਆਂ ਨੂੰ ਬੰਨਣਾ ਕੀਤਾ। देखत भट जित दिस थित नाथ, ਔਰ ਜਿਸ ਪਾਸੇ ਗੁਰੂ ਮਹਾਰਾਜ ਸਿੱਖ ਸੂਰਮਿਆਂ ਨੂੰ ਦੇਖਦੇ ਹਨ ਕਿਰਪਾ ਦ੍ਰਿਸ਼ਟੀ ਦੇ ਨਾਲ, ਔਰ ਇਸ਼ਾਰਾ ਪਾ ਕੇ ਗੁਰੂ ਸਾਹਿਬ ਜੀ ਦਾ ਰੁਖ ਦੇਖ ਕਰਕੇ ਉਧਰ ਹੀ ਆਪਣੇ ਡੇਰੇ ਲਗਾ ਲੈਂਦੇ ਹਨ। इत श्री हर गोबिंद गत ऐसे, ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਹਨ। ਇੱਧਰ ਸੁਭਾਇਮਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ हित विश्राम छाव मह बैसे, ਵਿਸਰਾਮ ਕਰਨ ਵਾਸਤੇ ਛਾਂ ਦੇ ਹੇਠਾਂ ਬੈਠੇ ਹਨ। शाह जहाँ उत खेल अखेरे, ਤੇ ਉਧਰ ਸ਼ਾਹਜਹਾਂ ਬਾਦਸ਼ਾਹ ਆਪਣੇ ਲਾਓ ਲਸ਼ਕਰ ਦੇ ਨਾਲ शिकार खेड रहा है। कानन के हथ जीव कनेरे, जंगल दे बहुत सारे जीवां नूं मारदा फिरदा है। एक पासे शाहजहां शिकार कर रहा 4 कोहां दी दूरी ते है और इधर गुरु हरगोबिंद साहब जी महाराज भी शिकार कर रहे हैं। सो इत्थे इतिहास संपूर्ण होया। जिवें अगले प्रकरण विच शाहजहां ने अपना बाज छड्डिया और इधर गुरु हरगोबिंद साहब महाराज जी ने अपना बाज छड्डिया ते शाहजहां दे बाज नूं गुरु साहब जी दे बाज ने हेठां उतार लिया, दबोच लिया, फड़ लिया। जदों वो शाहजहां दा बाज हेठां नहीं उतरिया, सिपाही सारे लभदे फिरदे गए, देखिया कि गुरु साहब जी दे कोल शाहजहां दा बाज है। गुरु साहब जी ने फड़िया होया। उन्होंने मंग की कि असी थोड़ा बाज नहीं फड़िया, हुण बाज ने बाज नूं फड़िया है, इहदे विच साडा की दोष है। इत्थों ही जंग युद्ध शुरू हुंदा है। ये सारा प्रकरण आपां कल दे प्रकरण अंदर कल दे इतिहास विच कल दे दीवाना विच सरवण करांगे। समा समाप्त है। आओ 2 मिनट गुरमंत्र दी हाज़री ला के समाप्ति करिए। कोई भी रसना वांझी ना रहे। उठत बैठत सोबत जागत गुरमंत्र हृदय चितार। उठद्यां बहंद्यां सौंद्यां जागद्यां वाहिगुरु गुरमंत्र नूं चेते करना चाहिदा है, याद करना चाहिदा, जपना चाहिदा है कदम कदम ते। जदों असी तुरदे हां सज्जा खब्बा पैर पुटदे हां, हर एक कदम ते वाहे अते गुरु। अंदर श्वास जावे ते वाहे उच्चारण करना, श्वास बाहर आवे ते गुरु उच्चारण करना है। वाहिगुरु गुरमंत्र चारे पदार्थों का दाता, चारे मुक्तियां नूं प्रदान करन वाला है। इसलिए आओ वाहिगुरु गुरमंत्र दा जाप करिए। वाहिगुरु 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 वाहिगुरु, वाहिगुरु 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 वा
ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮਕਾਲ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਇਤ ਸ੍ਰੀ ਹਰਿ ਗੋਬਿੰਦ ਗਤ ਐਸੇ ਹਿਤ ਬਿਸਰਾਮ ਛਾਵ ਮਹਿ ਬੈਸੇ ਸਾ ਜਹਾਂ ਉਤ ਖੇਲ ਅਖੇਰੇ